ਸੈਂਟੈਂਸ ਜਿਹੜਾ ਆ ਉਹ ਤਿੰਨ ਚੀਜ਼ਾਂ ਤੋਂ ਬਣਦਾ ਹੈ। ਉਹ ਹੈਗਾ ਆ ਜੀ ਸਬਜੈਕਟ, ਵਰਬ, ਆਬਜੈਕਟ। ਠੀਕ ਹੈ ਜੀ। ਸੈਂਟੈਂਸ ਕਿੱਦਾਂ ਬਣਿਆ? ਜਦੋਂ ਆਪਾਂ ਸਕੂਲ ਗਏ ਤਾਂ ਆਪਾਂ ਵਰਡ ਲਿਖਣਾ ਸਿੱਖਿਆ, ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਅਲਫਾਬੈਟ ਸਿੱਖੇ। ਅਲਫਾਬੈਟ ਨੂੰ ਜੋੜ ਕੇ ਆਪਾਂ 2 ਲੈਟਰ ਵਰਡ, 3 ਲੈਟਰ ਵਰਡ ਇਸ ਤਰ੍ਹਾਂ ਕੰਟੀਨਿਊ ਕੀਤਾ। ਜਦੋਂ ਆਪਾਂ ਕੁਝ ਵੱਡੇ ਹੋ ਗਏ ਤਾਂ ਆਪਾਂ ਵੱਡੇ ਵਰਡਸ ਵੀ ਲਿਖਣਾ ਸਿੱਖ ਗਏ, ਬਟ ਜਦੋਂ ਉਹਨਾਂ ਵਰਡਸ ਨੂੰ ਜੋੜਿਆ ਗਿਆ ਤਾਂ ਇੱਕ ਸੈਂਟੈਂਸ ਬਣਿਆ, ਹੈ ਨਾ। ਤਾਂ ਉਹੀ ਜਰਨੀ ਆਪਾਂ ਦੇਖੀ ਆਪਣੀ ਪੜ੍ਹਨ ਦੀ। ਲੇਕਿਨ ਸੈਂਟੈਂਸ ਤੋਂ ਬਾਅਦ ਕੀ ਹੋਇਆ ਉਹ ਮੈਂ ਅੱਗੇ ਦੱਸਦੀ ਹਾਂ। ਦੇਖੋ ਸੈਂਟੈਂਸ ਜਿਹੜਾ ਆ ਉਹ ਤਿੰਨ ਪਾਰਟਸ ਡਿਵਾਈਡਡ ਹੈ, ਜਿਵੇਂ ਕਿ ਸਬਜੈਕਟ, ਫਿਰ ਉਸ ਤੋਂ ਬਾਅਦ ਵਰਬ, ਉਸ ਤੋਂ ਬਾਅਦ ਆਬਜੈਕਟ। ਉਸ ਤੋਂ ਬਾਅਦ ਵਰਬ, ਉਸ ਤੋਂ ਬਾਅਦ ਆਬਜੈਕਟ। ਠੀਕ ਹੈ। ਸਬਜੈਕਟ ਕਿੱਦਾਂ ਬਣਦਾ ਹੈ? ਜੋ ਫਰਸਟ ਵਰਡ ਹੁੰਦਾ ਹੈ ਕਿਸੇ ਵੀ ਸੈਂਟੈਂਸ ਦਾ। ਠੀਕ ਹੈ। ਵਰਬ ਜਿਹੜਾ ਆ ਉਹ ਸੈਕਿੰਡ ਜਿਹੜਾ ਵਰਡ ਹੈ ਉਹ ਹੈ, ਔਰ ਲਾਸਟ ਵਰਡ ਜਿਹੜਾ ਹੈ ਉਹ ਆਬਜੈਕਟ ਹੈ। ਪਹਿਲਾਂ ਮੈਂ ਇੱਕ ਵਾਰ ਥੋੜਾ ਜਿਹਾ ਨਾ ਤੁਹਾਨੂੰ ਵਰਬ ਬਾਰੇ ਦੱਸ ਦੇਵਾਂ ਕਿ ਜੋ ਆਪਣੇ ਕੋਲ ਐਕਸ਼ਨ ਕਰਦੇ ਆ ਆਪਾਂ ਕਿਸੇ ਚੀਜ਼ ਦੇ ਵਿੱਚ ਜਾਂ ਕਿਸੇ ਵਰਕ ਦੇ ਹੋਣ ਦਾ ਪਤਾ ਲੱਗਦਾ, ਜਿਵੇਂ ਕਿ ਡੂਇੰਗ ਵਰਡਸ ਆਰ ਕਾਲਡ ਵਰਬ ਆਪਾਂ ਕਹਿੰਦੇ ਆ। ਇਹ ਉਸ ਚੀਜ਼ ਨੂੰ ਆਪਾਂ ਵਰਬ ਬੋਲਦੇ ਆ। ਤਾਂ ਵਰਬ ਵੀ ਜਿਹੜੇ ਨੇ ਉਹ ਵੀ ਤਿੰਨ ਪਾਰਟਸ 'ਚ ਡਿਵਾਈਡਡ ਹੁੰਦੇ ਨੇ, ਜਿਵੇਂ ਕਿ ਫਰਸਟ ਫਾਰਮ ਆਫ ਵਰਬ, ਸੈਕਿੰਡ ਫਾਰਮ ਆਫ ਵਰਬ ਐਂਡ ਥਰਡ ਫਾਰਮ ਆਫ ਵਰਬ। ਠੀਕ ਹੈ। ਉਹ ਵੀ ਆਪਾਂ ਵਰਬ ਦੀਆਂ ਫਾਰਮ ਸਭ ਕੁਝ ਆਪਾਂ ਕਲਾਸਿਸ ਵਿੱਚ ਕਰਨਾ ਹੈ ਫਰਦਰ, 1 by 1, ਸਟੈਪ ਬਾਈ ਸਟੈਪ। ਲੇਕਿਨ ਮੇਰਾ ਸਿਰਫ ਇਨ ਸ਼ਾਰਟ ਕਹਿਣ ਦਾ ਮਤਲਬ ਇਹ ਹੈਗਾ ਆ ਕਿ ਤੁਹਾਨੂੰ ਸਭ ਤੋਂ ਪਹਿਲਾਂ ਸੈਂਟੈਂਸ ਦਾ ਬੇਸ ਕਲੀਅਰ ਹੋਵੇ ਕਿ ਸੈਂਟੈਂਸ ਕੀ ਹੁੰਦਾ ਹੈ। ਠੀਕ ਹੈ। ਫਿਰ ਵਰਬ ਬਾਰੇ ਪਤਾ ਲੱਗੇ, ਫਿਰ ਆਬਜੈਕਟ ਬਾਰੇ ਪਤਾ ਲੱਗੇ। ਸੈਂਟੈਂਸ ਜਿਹੜਾ ਆ ਉਹ ਸਬਜੈਕਟ, ਵਰਬ, ਆਬਜੈਕਟ ਦੇ ਨੂੰ ਮਿਲਾ ਕੇ ਬਣਦਾ ਆ। ਵਰਬ ਜਿਹੜਾ ਆ ਉਹ ਤਿੰਨ ਫਾਰਮਸ ਵਿੱਚ ਹੁੰਦਾ ਆ, ਫਰਸਟ ਫਾਰਮ, ਸੈਕਿੰਡ ਫਾਰਮ ਐਂਡ ਥਰਡ ਫਾਰਮ। ਠੀਕ ਹੈ। ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਦੇ ਬਾਰੇ ਹੀ ਦੇਖਾਂਗੇ। ਸਬਜੈਕਟ ਕੀ ਚੀਜ਼ ਹੈ ਜੀ? सब्जेक्ट की है फर्स्ट वर्ड ऑफ सेंटेंस, फर्स्ट वर्ड ऑफ सेंटेंस। ऑब्जेक्ट की है लास्ट वर्ड, लास्ट वर्ड ऑफ सेंटेंस। ठीक है। ਹੁਣ ਜਿਹੜਾ ਸਬਜੈਕਟ ਹੈਗਾ ਆ ਉਹ ਬਣਦਾ ਹੈ ਕਿਹਦੇ ਨਾਲ ਕਿ ਜਦੋਂ ਆਪਾਂ ਫਰਸਟ ਵਰਡ ਬਾਰੇ ਸਟੱਡੀ ਕਰਦੇ ਹਾਂ, ਫਰਸਟ ਵਰਡ ਨੂੰ ਦੇਖਦੇ ਹਾਂ, ਰਾਈਟ। ਉਸ ਤੋਂ ਬਾਅਦ ਜਿਹੜਾ ਵਰਬ ਜਿਹੜਾ ਹੈਗਾ ਆ ਉਹਦੀ ਫਾਰਮ ਆਪਾਂ ਨੂੰ ਚੈੱਕ ਕਰਨੀ ਪਏਗੀ, ਕਿਸ ਫਾਰਮ ਵਿੱਚ ਆਪਾਂ ਉਹਨੂੰ ਯੂਜ਼ ਕਰ ਰਹੇ ਹਾਂ। ਠੀਕ ਹੈ। ਜਿਹੜਾ ਆਬਜੈਕਟ ਹੈ ਉਹ ਲਾਸਟ ਵਰਡ ਹੋਏਗਾ। ਠੀਕ ਹੈ। ਕਿਸੇ ਵੀ ਸੈਂਟੈਂਸ ਦਾ ਲਾਸਟ ਵਰਡ। ਠੀਕ। ਤੁਸੀਂ ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਮੈਂ ਤੁਹਾਡਾ ਬੇਸ ਬਣਾ ਰਹੀ ਹਾਂ ਇਸ ਚੀਜ਼ ਨੂੰ ਲੈ ਕੇ। ਬੇਸ ਕੀ ਹੈਗਾ ਆ ਕਿ ਆਪਾਂ ਸੈਂਟੈਂਸ ਬਣਾਇਆ ਸੀਗਾ, ਉਹਦੇ ਤਿੰਨ ਪਾਰਟਸ ਹੋ ਗਏ, ਯਾਨੀ ਕਿ ਇੱਕ ਸਬਜੈਕਟ ਹੈ, ਇੱਕ ਵਰਬ ਹੈ, ਇੱਕ ਆਬਜੈਕਟ ਹੈ। ਠੀਕ ਹੈ। ਜਿਵੇਂ ਹੀ ਲਵਸ ਚਾਕਲੇਟ, ਹੁਣ ਹੀ ਇੱਕ ਪਹਿਲਾ ਵਰਡ ਹੈ, ਲਵਸ ਦੂਸਰਾ ਹੈ ਤੇ ਥਰਡ ਕੀ ਹੈ? ਚਾਕਲੇਟ। ਮੈਂ ਨਾ ਇਸ ਸੈਂਟੈਂਸ ਨੂੰ ਨਾ ਲਿਖ ਕੇ ਦਿਖਾਉਂਦੀ, ਤੁਹਾਨੂੰ ਕਲੀਅਰ ਹੁੰਦਾ ਜਾਏਗਾ। ਜਿਵੇਂ ਇਹ ਵਰਡ ਹੈਗਾ ਆ he loves chocolates। ਠੀਕ ਹੈ। ਇਹਦੇ ਵਿੱਚ ਕੀ ਆਏਗਾ? he ਕੀ ਹੈ? ਸਬਜੈਕਟ, ਮੈਂ ਐਸ ਲਿਖ ਰਹੀ ਹਾਂ। ਲਵਸ ਕੀ ਹੈ? ਵਰਬ, ਤੇ ਚਾਕਲੇਟ ਕੀ ਹੈ? ਚॉकलेट्स की है ऑब्जेक्ट। ठीक है। ओ बी भी लिख सकती इस वैसे मैं। ठीक। यानी कि ਜਿਹੜਾ ਫਰਸਟ ਵਰਡ ਸੀਗਾ ਉਹਨੂੰ ਆਪਾਂ ਕੀ ਲਿਖ ਲਿਆ? ਐਜ਼ ਅ ਸਬਜੈਕਟ। ਠੀਕ ਹੈ। ਜਿਹੜਾ ਸੈਕਿੰਡ ਵਰਡ ਆਇਆ ਉਹ ਕੀ ਹੋ ਗਿਆ? ਵਰਬ, ਔਰ ਜਿਹੜਾ ਥਰਡ ਆਇਆ ਉਹ ਕੀ ਹੋ ਗਿਆ? ਆਬਜੈਕਟ। ਮੈਂ ਤੁਹਾਨੂੰ ਇੱਕ ਨੈਕਸਟ ਵਰਡ ਬਾਰੇ ਵੀ ਦੱਸਦੀ ਹਾਂ, ਜਿਵੇਂ ਕਿ ਆਪਣੇ ਕੋਲ ਨੈਕਸਟ ਹੈਗਾ ਆ ਯੂ ਗੋ ਟੂ ऑफिस, सपोज। ठीक है। यू गो टू ऑफिस। यू की होएगा सब्जेक्ट, ए की होएगा वर्ब, टू ऑफिस की होएगा ऑब्जेक्ट, राइट। नेक्स्ट देखो, थर्ड की होएगा आई मेक
T. I, subject, verb, object. हो गया. नेक्स्ट है they learn English. they learn English. they learn English ਆਪਾਂ ਲਿਖਣਾ ਹੈ. ਸਬਜੈਕਟ ਕੀ ਹੈਗਾ they, learn ਕੀ ਹੈਗਾ verb ਤੇ English ਕੀ ਹੈ object. ਰਾਈਟ. ਇੱਕ ਹੋਰ ਸੈਂਟੈਂਸ ਕਰਵਾਨੇ ਆ 5 ਕਰਕੇ, ਫਿਰ ਮੈਂ ਅੱਗੇ ਚੱਲਦੀ ਹਾਂ. रीमा write an essay. ਇੱਥੇ ਰਾਈਟਸ ਆਏਗਾ. ਠੀਕ ਹੈ. ਔਰ ਐਸ ਕਿਉਂ ਆਇਆ ਇਹ ਵੀ ਆਪਾਂ ਅੱਗੇ ਪੜਾਂਗੇ. ਬਸ ਤੁਸੀਂ ਸਿਰਫ ਪਹਿਲਾਂ ਇਹਨਾਂ ਚੀਜ਼ਾਂ ਤੋਂ ਬੇਸ ਆਪਣਾ ਕਲੀਅਰ ਕਰੋ. एक ही है सब्जेक्ट, एक ही है वर्ब, एक ही है ऑब्जेक्ट. राइट. ठीक है जी. ਇਹ 1 ਬਾय 1 ਤੁਹਾਨੂੰ ਕਲੀਅਰ ਹੁੰਦਾ ਜਾਏਗਾ ਕਿ ਆਪਾਂ ਕਿੱਦਾਂ ਕਰ ਰਹੇ ਹਾਂ. ਤੁਸੀਂ ਇਹ ਗੱਲ ਮਾਈਂਡ 'ਚ ਰੱਖੋ ਕਿ ਜੇ ਆਪਣੇ ਕੋਲ ਫਸਟ ਵਰਡ ਜਿਹੜਾ ਹੈਗਾ ਉਹ ਕੀ ਹੋਏਗਾ, ਉਹ ਸਬਜੈਕਟ ਹੋਏਗਾ. ਜਿਵੇਂ ਇੱਕ ਸੈਂਟੈਂਸ ਮੈਂ ਆਪਣੇ ਵੱਲੋਂ ਤੁਹਾਨੂੰ ਦੇਣਾ ਚਾਹੁੰਦੀ ਹਾਂ, ਤੁਸੀਂ ਥੋੜ੍ਹਾ ਜਿਹਾ ਸੋਚੋ ਇਸ ਬਾਰੇ. ਜਿਵੇਂ ਕਿ ਐਗਜ਼ਾਮਪਲ ਤੌਰ 'ਤੇ, ਜਿਵੇਂ ਕਿ ਰਾਮ ਐਂਡ ਸ਼ਾਮ play football. ਰਾਮ ਐਂਡ ਸ਼ਾਮ play football. ਰਾਮ ਐਂਡ ਸ਼ਾਮ ਕੀ ਹੁੰਦਾ ਹੈ, ਸਬਜੈਕਟ ਹੈ. play ਕੀ ਹੈ, verb, ਔਰ football ਕੀ ਹੈ, object. ਰਾਈਟ. ਤੇ ਰਾਮ ਐਂਡ ਸ਼ਾਮ ਕੀ ਨੇ, ਸਬਜੈਕਟ ਹੈ. ਹੁਣ ਤੁਸੀਂ ਇਹ ਕਹੋ ਕਿ ਜਿਹੜਾ ਪਹਿਲਾ ਵਰਡ ਸੀ ਉਹਦਾ ਰਾਮ ਸੀਗਾ, ਤੁਸੀਂ ਕਿਹਾ ਸੀਗਾ ਕਿ ਸਬਜੈਕਟ ਹੋਏਗਾ. ਲੇਕਿਨ ਅਗਰ ਰਾਮ ਔਰ ਸ਼ਾਮ ਕਲੈਕਟਿਵਲੀ ਕੋਈ ਵਰਡ ਬਣਾ ਰਹੇ ਹੋ, ਦੋ ਪਰਸਨ ਕਲੈਕਟਿਵਲੀ ਇੱਕ ਵਰਡ ਬਣਾ ਰਹੇ ਹੋ, ਤਾਂ ਤੁਸੀਂ ਉਹਨੂੰ ਸਬਜੈਕਟ ਦਾ ਨਾਮ ਦੇ ਦੇਣਾ. ਠੀਕ ਹੈ. ਬਹੁਤ ਈਜ਼ੀ ਹੈ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ. ਜੇ ਵਿੱਚ ਐਂਡ ਆ ਗਿਆ ਤਾਂ ਫਿਰ ਤੁਸੀਂ ਉਹਨਾਂ ਨੂੰ ਕਲੈਕਟਿਵਲੀ ਹੀ ਲੈਣਾ. ਠੀਕ ਹੈ. ਤੇ ਇਹ ਚੀਜ਼ ਤੁਹਾਨੂੰ ਕਲੀਅਰ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਟੂਡੈਂਟਸ ਕੀ ਕਰਦੇ ਨੇ, ਜਿਸ ਟਾਈਮ ਅਸੀਂ ਉਹਨਾਂ ਨੂੰ ਕੋਈ ਐਕਸਰਸਾਈਜ਼ ਦਿੰਦੇ ਹਾਂ ਤਾਂ ਉਹ ਇਸ ਚੀਜ਼ 'ਚ ਹੀ ਗੜਬੜ ਕਰਦੇ ਨੇ. ਠੀਕ ਹੈ. ਇਹ ਗੱਲ ਤੁਹਾਡੇ ਮਾਈਂਡ 'ਚ ਕਲੀਅਰ ਹੋਣੀ ਜ਼ਰੂਰੀ ਹੈ, ਬੈਠ ਜਾਣੀ ਜ਼ਰੂਰੀ ਹੈ. ਠੀਕ ਹੈ ਜੀ. ਹੁਣ ਆਪਾਂ ਅੱਗੇ ਆਉਂਦੇ ਹਾਂ. ਮੈਂ ਤੁਹਾਨੂੰ ਕੀ ਕਿਹਾ ਸੀਗਾ, ਕਿਸੇ ਵੀ ਸੈਂਟੈਂਸ ਦੀ ਜਿਹੜੀ ਬੇਸ ਹੈ ਉਹ ਕੀ ਬਣਦਾ ਹੈ, ਸਬਜੈਕਟ, ਵਰਬ, ਆਬਜੈਕਟ. ਠੀਕ ਹੈ. ਉਸ ਤੋਂ ਬਾਅਦ ਆਪਾਂ ਸਬਜੈਕਟ ਬਾਰੇ ਕਾਫੀ ਕੁਝ ਸਿੱਖਿਆ, ਵਰਬ ਬਾਰੇ ਵੀ ਕਾਫੀ ਕੁਝ ਸਿੱਖਿਆ, ਤੇ ਆਬਜੈਕਟ ਬਾਰੇ ਵੀ. ਹੁਣ ਆਬਜੈਕਟ ਦੇ ਵਿੱਚ ਦੇਖੋ, ਜਿਹੜਾ ਮੈਂ ਹੁਣ ਸੈਂਟੈਂਸ ਤੁਹਾਨੂੰ ਜਿੰਨੇ ਵੀ ਦਿੱਤੇ, ਉਹਦੇ ਵਿੱਚ ਜਿਹੜਾ ਆਬਜੈਕਟ ਸੀਗਾ ਬਾਹਰ ਲੱਗ, ਉਹ ਇੱਕ ਸਿੰਗਲ ਵਰਡ ਸੀਗਾ. ਠੀਕ ਹੈ. ਹੁਣ ਮੰਨ ਲਓ ਮੈਂ ਆਹ ਸੈਂਟੈਂਸ, ਸੈਕਿੰਡ ਸੈਂਟੈਂਸ ਹੈ, ਇਹਨੂੰ ਮੈਂ ਦੁਬਾਰਾ ਲਿਖਦੀ ਹਾਂ, ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ ਕਿ ਮੈਂ ਤੁਹਾਨੂੰ ਕਹਿਣਾ ਕੀ ਚਾਹ ਰਹੀ ਹਾਂ. ਮੰਨ ਲਓ ਆਪਣੇ ਕੋਲ ਸੈਕਿੰਡ ਵਰਡ ਹੈਗਾ, ਕਿ ਸੈਕਿੰਡ ਵਰਡ ਨੂੰ ਆਪਾਂ 7th ਵਰਡ ਦੇ ਵਿੱਚ ਲਿਖਾਂਗੇ. ਜਿਵੇਂ ਕਿ ਯੂ ਗੋ ਟੂ ਆਫਿਸ ਔਨ ਫੁੱਟ. ਮੰਨ ਲਓ ਇਹ ਹੈ ਸੈਂਟੈਂਸ. ਠੀਕ ਹੈ. ਤਾਂ ਆਪਾਂ ਉਹਨੂੰ ਕਿਵੇਂ ਲਿਖਾਂਗੇ, ਯੂ ਕੀ ਹੈ, ਸਬਜੈਕਟ ਹੈ, ਗੋ ਕੀ ਹੈ, ਵਰਬ. ਇਹ ਕੀ ਹੋਏਗਾ, ਵਰਬ. ਠੀਕ ਹੈ. ਕਿਹੜੀ ਫਾਰਮ ਹੈ ਇਹਦੇ ਵੱਲ ਧਿਆਨ ਨਾ ਦਿਓ. ਟੂ ਆਫਿਸ ਔਨ ਫੁੱਟ. ਹੁਣ ਤੁਸੀਂ ਕਿਹਾ ਸੀਗਾ, ਸੌਰੀ ਮੈਂ ਕਿਹਾ ਸੀ ਤੁਹਾਨੂੰ ਕਿ ਜਿਹੜਾ ਲਾਸਟ ਵਰਡ ਹੋਏਗਾ ਉਹ ਹਮੇਸ਼ਾ ਆਬਜੈਕਟ ਹੋਏਗਾ. ਹੁਣ ਤੁਸੀਂ ਇਹ ਦੇਖੋ ਕਿ ਇਹ ਕੀ ਹੈ, ਇਹ ਬਹੁਤ ਵੱਡਾ ਹੈ. ਠੀਕ ਹੈ. ਇਹ ਬਹੁਤ ਵੱਡਾ ਆਬਜੈਕਟ ਬਣ ਰਿਹਾ ਹੈ, ਟੂ ਆਫਿਸ ਔਨ ਫੁੱਟ. ਤੇ ਇਹ ਕੀ ਹੋਏਗਾ, ਇਹ ਸਾਰਾ ਹੀ ਆਬਜੈਕਟ ਹੋਏਗਾ. ਠੀਕ ਹੈ. ਕਿਉਂ, ਕਿਉਂਕਿ ਇਹ ਹੁਣ ਸਿੰਗਲ ਵਰਡ 'ਤੇ ਡਿਪੈਂਡੈਂਟ ਨਹੀਂ ਹੈਗਾ ਆਪਣਾ ਆਬਜੈਕਟ. ਆਪਣਾ ਆਬਜੈਕਟ ਕਾਫੀ ਵੱਡਾ ਚਲਾ ਗਿਆ, ਤਾਂ ਇਹਨੂੰ ਸਾਰੇ ਨੂੰ ਹੀ ਆਪਾਂ ਐਜ਼ ਏ ਆਬਜੈਕਟ ਹੀ ਟਰੀਟ ਕਰਾਂਗੇ. ਇਹ ਨਹੀਂ ਹੈਗਾ ਕਿ ਅਗਰ ਆਪਣੇ ਕੋਲ ਇੱਕ ਸਿੰਗਲ ਵਰਡ, ਮੰਨ ਲਓ ਸਿੰਗਲ ਵਰਡ ਜੇ ਤੁਸੀਂ ਸੋਚੋ, ਚਾਹੇ ਤੁਸੀਂ ਇਹ ਸੋਚੋ ਕਿ ਟੂ ਲਿਖ ਦਈਏ ਜਾਂ ਟੂ ਆਫਿਸ, ਸਾਰਾ ਆਬਜੈਕਟ ਹੋ ਜਾਏਗਾ. ਨਹੀਂ, ਇਸ ਗੱਲ ਨੂੰ ਮਾਈਂਡ ਵਿੱਚ ਬਿਠਾਓ ਕਿ ਤੁਹਾਡਾ ਜਿਹੜਾ ਆ ਉਹ ਪੂਰਾ ਵਰਡ ਕੀ ਹੋਏਗਾ, ਉਹ ਪੂਰਾ ਹੀ ਆਬਜੈਕਟ ਰਹੇਗਾ. ਠੀਕ ਹੈ. ਨੈਕਸਟ ਸੈਂਟੈਂਸ 'ਤੇ ਆਈਏ. She washes clothes.
सपोज है शी वॉशेस क्लोथ्स, है ना, शी की है सब्जेक्ट है, वॉशेस की है वर्ब और क्लोथ्स हैगा ऑब्जेक्ट। ठीक है, ਇਹ ਗੱਲ ਕਲੀਅਰ ਹੈ। ਹੁਣ ਜੇ ਮੈਨੂੰ ਹੋਰ ਵਧਾ ਦੇਵਾਂ, she washes clothes in washing room, है ना, या she washes clothes in washing machine, है ना, या मैंने इदां ਵਧਾ ਦੇਵਾਂ। ਦੇਖੋ ਸੈਂਟੈਂਸ ਦੇਖੋ मैं कितना इंक्रीज कर रही हूँ और इस चीज़ ਨੂੰ ਤੁਸੀਂ ਸਮਝੋ ਪਹਿਲਾਂ ਕੀ ਕਹਿ ਰਹੀ ਹਾਂ। गीता and her mother wash clothes in washing machine। गीता एंड हर मदर। ਹੁਣ गीता एंड हर मदर सारा सब्जेक्ट चला गया अपने को। ਹੁਣ वॉश की आ गया साढ़े को, वर्ब आ गया। ठीक है, वॉश क्लोथ्स, है ना, या वॉश वर्ब क्यों आया, क्योंकि वॉश एक काम करना है। क्लोथ्स इन वॉशिंग मशीन, इन वॉशिंग मशीन की हो गया एक ऑब्जेक्ट हो गया। तो गीता एंड हर मदर सारा ही अपना सब्जेक्ट जाएगा। वॉश ਜਿਹੜਾ ਆ ਉਹ ਸਿਰਫ ਵਰਬ ਜਾਏਗਾ। ਵਰਬ ਨੂੰ ਛੱਡ ਕੇ ਜਿੰਨਾ ਵੀ ਆਪਣੇ ਕੋਲ ਸਿਸਟਮ ਬਚਿਆ ਹੈ, ਜਿੰਨਾ ਵੀ ਆਪਣੇ ਕੋਲ ਸੈਂਟੈਂਸ ਬਚਿਆ ਹੈ, ਉਹ ਸਾਰਾ ਕਿਹਦੇ ਵਿੱਚ ਆਏਗਾ, ਆਬਜੈਕਟ ਵਿੱਚ। ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਜਦੋਂ ਅਸੀਂ ਸਬਜੈਕਟ ਵਰਬ ਆਬਜੈਕਟ ਨੂੰ ਪਛਾਣਨਾ ਸਿੱਖੇ ਫਿਰ ਕੋਈ ਦਿੱਕਤ ਨਹੀਂ ਆਏਗੀ ਅੱਗੇ। ਠੀਕ ਹੈ, ਨੈਕਸਟ ਦੇਖੋ, ਹੁਣ ਦੇਖੋ, योर फ्रेंड्स and neighbors play football in the playground in the city। देखो कितना बड़ा सेंटेंस है। ठीक है, ਹੁਣ ਇਹਦੇ ਵਿੱਚ ਆਪਾਂ ਸਬਜੈਕਟ ਵਰਬ ਅਗਰ ਆਬਜੈਕਟ ਪਛਾਣਨੇ ਹੋ ਤਾਂ ਕੀ ਆ ਜਾਏਗਾ, योर फ्रेंड्स एंड नेबर्स। ठीक है, ये सारा सब्जेक्ट आ गया। प्ले यानी कि वर्ब आ गया, और फुटबॉल इन द प्लेग्राउंड इन द सिटी, ਜਿਹੜੇ ਸਿਟੀ ਵਿੱਚ ਪਲੇਗਰਾਊਂਡ ਹੈ ਉਹਦੇ ਵਿੱਚ ਹੀ ਉਹ ਪਲੇ ਕਰ ਰਹੇ ਨੇ। ਤਾਂ ਅਸੀਂ ਇਹ ਕਹਿਣਾ ਚਾਹੁੰਦੇ ਸੀਗੇ। ਤਾਂ ਹੁਣ ਦੇਖੋ ਇਹ ਵਰਡ ਤੁਹਾਨੂੰ ਸਮਝ ਆਇਆ, योर फ्रेंड एंड नेबर्स। ਹੁਣ ਅਸੀਂ ਐਂਡ ਆ ਗਿਆ ਸੀ, ਆਪਾਂ ਸਾਰੇ ਨੂੰ ਹੀ ਸਬਜੈਕਟ ਕਰਾਰ ਕੀਤਾ। ਠੀਕ ਹੈ, प्ले मतलब खेलना ਹੁੰਦਾ है, खेलना मतलब वर्ब ਹੁੰਦਾ है। ठीक है, ਇਹੀ ਸਾਡਾ ਕੀ ਹੈ, वर्ब है। ਰਾਈਟ, ਤਾਂ ਉਹਨੂੰ ਆਪਾਂ ਕੀ ਲੈ ਲਿਆ, ਜਿਹੜਾ ਵਰਬ ਹੈ ਉਹਨੂੰ ਆਪਾਂ ਕੀ ਲੈ ਲਿਆ, ਵਰਬ ਹੀ ਟ੍ਰੀਟ ਕੀਤਾ ਹੈ ਨਾ। ਹੁਣ ਤੁਸੀਂ ਇਸ ਚੀਜ਼ ਨੂੰ ਨਹੀਂ ਸੋਚਣ ਬੈਠਣਾ ਕਿ ਵਰਬ ਦੀ ਫਸਟ ਫਾਰਮ ਚੱਲ ਰਹੀ ਹੈ, ਸੈਕਿੰਡ ਫਾਰਮ ਚੱਲ ਰਹੀ ਹੈ, ਥਰਡ ਫਾਰਮ ਚੱਲ ਰਹੀ ਹੈ, ਉਹ ਤੁਹਾਡਾ ਹਜੇ ਕੰਮ ਨਹੀਂ ਹੈਗਾ। ਠੀਕ ਹੈ, ਵਰਬ ਤੋਂ ਬਾਅਦ ਕਿੱਥੇ ਆਏਗਾ, ਜਿੰਨਾ ਵੀ ਸਾਡਾ ਮਟੀਰੀਅਲ ਬਚ ਗਿਆ, ਜਿਵੇਂ ਕਿ ਫੁੱਟਬਾਲ ਇਨ ਦਾ ਪਲੇਗਰਾਊਂਡ ਇਨ ਦਾ ਸਿਟੀ, ਤੇ ਉਹ ਸਾਰਾ ਕੀ ਬਣੇਗਾ, ਆਪਣਾ ਆਬਜੈਕਟ ਜਾਏਗਾ। ਠੀਕ ਹੈ, ਤਾਂ ਇਹਦੇ ਨਾਲ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਖਤਮ ਹੁੰਦਾ ਹੈ। ਕੱਲ੍ਹ ਨਵਾਂ ਕੁਛ ਨਵਾਂ ਟੌਪਿਕ ਲੈ ਕੇ ਆਵਾਂਗੇ। ਥੈਂਕ ਯੂ ਸੋ ਮਚ ਫॉर वाचिंग आवर वीडियोज़।